Yes. Good evening, sir. Good evening, teachers. So, Good evening. जी ਅੱਜ ਦੀ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ। ਸੋ ਅੱਜ ਦੇ ਸੈਸ਼ਨ ਵਿੱਚ ਜੋ ਮੇਰਾ ਬੋਲਣ ਦਾ ਵਿਸ਼ਾ ਹੈ ਉਹ ਹੈ ਭਾਸ਼ਾ ਅਤੇ ਹੋਰ ਅਨੁਸ਼ਾਸਨ ਅੰਤਰ ਸੰਬੰਧ। ਸੋ ਅਗਰ ਮੈਂ ਕਿਉਂਕਿ ਜਿਸ ਤਰ੍ਹਾਂ ਮੈਂ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਜ਼ਿਆਦਾਤਰ ਅਧਿਆਪਕ ਜਿਹੜੇ ਪੰਜਾਬੀ ਭਾਸ਼ਾ ਨਾਲ ਇੰਨਾ ਨਹੀਂ ਜੁੜੇ ਹੋਏ, ਸੋ ਮੈਂ ਥੋੜਾ ਜਿਹਾ ਅਗਰ ਆਪਣੇ ਵਿਸ਼ੇ ਬਾਰੇ ਗੱਲ ਕਰਾਂ ਕਿ ਮੈਂ ਅੱਜ ਦੇ ਇਸ ਵਿਸ਼ੇ ਵਿੱਚ ਲੈਂਗੁਏਜ ਅਤੇ ਜਿਹੜੇ ਹੋਰ ਵਿਸ਼ੇ ਨੇ ਬਾਕੀ ਦੇ ਡਿਸਿਪਲਿਨ ਨੇ ਉਹਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਕੀ ਇੰਟਰ ਰਿਲੇਸ਼ਨਸ਼ਿਪਸ ਨੇ, ਸੋ ਉਹਦੇ ਬਾਰੇ ਗੱਲ ਕਰਾਂਗੀ। ਮੇਰੀ ਧਾਰਨਾ ਹੈ ਕਿ ਭਾਸ਼ਾ ਇੱਕ ਪੁਲ ਹੈ, ਰੁਕਾਵਟ ਨਹੀਂ। ਇਸੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਮੈਂ ਆਪਣੀ ਗੱਲ ਕਰਾਂਗੀ ਕਿ ਕਿਸ ਤਰ੍ਹਾਂ ਭਾਸ਼ਾ ਬਾਕੀ ਸਾਰੇ ਵਿਸ਼ਿਆਂ ਨੂੰ ਇੱਕ ਦੂਜੇ ਨਾਲ ਜੋੜਨ ਲਈ ਜਾਂ ਉਸਦੀ ਜਿਹੜੀ ਹੈਗੀ ਗ੍ਰਹਿਣਸ਼ੀਲਤਾ ਵਧਾਉਣ ਲਈ, ਜਾਂ ਮੈਂ ਕਹਾਂ ਕਿ ਉਹਦਾ ਸੰਚਾਰ ਚੰਗੀ ਤਰ੍ਹਾਂ ਹੋ ਸਕੇ ਵਿਦਿਆਰਥੀ ਤੱਕ, ਭਾਸ਼ਾ ਹੀ ਉਸਦੇ ਲਈ ਪੁਲ ਬਣਦੀ ਹੈ। ਸੋ ਇਸੇ ਨੂੰ ਕੇਂਦਰ 'ਚ ਰੱਖਦੇ ਹੋਏ ਮੈਂ ਆਪਣੀ ਅਗਲੀ ਗੱਲ ਕਰਾਂਗੀ। ਤਾਂ ਕਿਉਂਕਿ ਗੱਲ ਭਾਸ਼ਾ ਤੇ ਕੇਂਦਰਿਤ ਹੋ ਰਹੀ ਹੈ, ਇਸ ਕਰਕੇ ਸਾਨੂੰ ਭਾਸ਼ਾ ਬਾਰੇ ਵੀ ਪਹਿਲਾਂ ਗੱਲ ਕਰਨੀ ਪੜੇਗੀ ਕਿ ਭਾਸ਼ਾ ਕੀ ਹੈ, ਉਸਦੀ ਪਰਿਭਾਸ਼ਾ ਤੇ ਉਸਦੀਆਂ ਵਿਸ਼ੇਸ਼ਤਾਵਾਂ। ਸੋ ਇਹ ਮੈਂ ਆਪਣੇ ਸਹਿਕਰਮੀ ਜਿਹੜੇ ਟੀਚਰਸ ਨੇ ਉਹਨਾਂ ਤੋਂ ਵੀ ਤਵੱਕੋ ਰੱਖਦੀ ਹਾਂ ਕਿ ਤੁਸੀਂ ਭਾਸ਼ਾ ਦੀ ਕੀ ਜਿਹੜੀ ਡੈਫੀਨੇਸ਼ਨ ਸੋਚਦੇ ਹੋ, ਤੁਹਾਡੇ ਵੱਲੋਂ ਕੋਈ ਵੀ ਕਿ ਭਾਸ਼ਾ ਦੀ ਕੀ ਡੈਫੀਨੇਸ਼ਨ ਹੋ ਸਕਦੀ ਹੈ। Ma'am, to share our feelings with others. ਜੀ ਮੈਮ। ਐਗਜ਼ੈਕਟਲੀ, ਜਿਹਦੇ ਨਾਲ ਆਪਾਂ ਆਪਣੀ ਕੋਈ ਵੀ ਗੱਲ ਸ਼ੇਅਰ ਕਰ ਸਕਦੇ ਹਾਂ, ਆਪਣਾ ਜੋ ਆਪਾਂ ਕਹਿਣਾ ਚਾਹੁੰਦੇ ਹਾਂ ਆਪਾਂ ਉਹ ਕਹਿ ਸਕੀਏ। जी बिल्कुल, हाँ जी। वो सरल साधन जिससे हम अपने मन की बात खुल कर कह पाए। जी मैम, जी तुलसी मैम, थैंक यू। भाषा का जरिया अपनी गल ਨੂੰ ਸਮਝਾਉਣ ਦਾ। जी जी बिल्कुल। सो अगर आप जी हाँ, इसकी अगर आप जी परिभाषा दिंने आ तो हर कोई अपने विषय के हिसाब के नाल जिहड़ा है इसनूं परिभाषित करने की कोशिश करता। सो अगर सब तो पहला मैं निरुक्ति के पक्ष तो देखा, निरुक्ति के वो जिहड़ा शब्द है कित्थों आया, निकास उहदा कित्थों आया, अगर असीं उस पॉइंट ऑफ व्यू तो देखते हैं ਤਾਂ ਭਾਸ਼ਾ ਨੂੰ ਅਸੀਂ ਕਹਿ ਸਕਦੇ ਹਾਂ ਕਿ ਜੀਵ ਰਾਹੀਂ ਉਤਪੰਨ ਜੋ ਵੀ ਬੋਲ ਹੁੰਦੇ ਨੇ, ਬੋਲਾਂ ਦਾ ਸਮੂਹ ਹੁੰਦਾ, ਉਹ ਭਾਸ਼ਾ ਹੁੰਦਾ। ਜੇ ਅਸੀਂ ਇਹਨੂੰ ਗ੍ਰਾਮੈਟਿਕਲੀ ਦੇਖਦੇ ਹਾਂ, ਵਿਆਕਰਨਿਕ ਦੇ ਪੱਖ ਤੋਂ ਦੇਖਦੇ ਹਾਂ, ਤਾਂ ਭਾਸ਼ਾ ਨੂੰ ਵਿਆਕਰਨਿਕ ਤੱਤਾਂ ਦੀ ਲੜੀ ਕਿਹਾ ਜਾਂਦਾ। ਜਿਵੇਂ ਕਹਿ ਲਓ ਭਾਵਾਂਸ਼ ਹੋ ਗਏ, ਫਿਰ ਸ਼ਬਦ ਹੋ ਗਿਆ, ਵਾਕ ਹੋ ਗਏ, ਇਹਨਾਂ ਸਾਰਿਆਂ ਦੀ ਲੜੀ ਨੂੰ ਅਸੀਂ ਭਾਸ਼ਾ ਕਹਿੰਦੇ ਹਾਂ। ਜੇ ਅਸੀਂ ਮਨੋਵਿਗਿਆਨਕ ਦੇ ਨਜ਼ਰੀਏ ਤੋਂ ਦੇਖੀਏ ਤਾਂ ਉਹ ਜਿਹੜਾ ਮਨੋਵਿਗਿਆਨੀ ਹੈ ਉਹ ਭਾਸ਼ਾ ਨੂੰ ਭਾਵਾਂ ਦੀ ਪੁਸ਼ਾਕ ਕਹਿੰਦਾ। ਤੇ ਜੇ ਅਸੀਂ ਸਮਾਜ ਦੇ ਨਜ਼ਰੀਏ ਤੋਂ ਦੇਖੀਏ, ਜਿਹੜੀ ਭਾਸ਼ਾ ਹੈ ਉਹ ਸਮਾਜਿਕ ਮਨੋਵ੍ਰਿਤੀਆਂ ਤੇ ਵਿਕਾਸ ਦੀ ਤਸਵੀਰ ਹੈ। ਇਹਨਾਂ ਸਾਰੀਆਂ ਪਰਿਭਾਸ਼ਾਵਾਂ ਨੂੰ ਦੇਖਦੇ ਹੋਏ ਤੇ ਜੋ ਤੁਸੀਂ ਰਿਸਪੌਂਡ ਕੀਤਾ ਉਹਨਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਕੀ ਹੈ, ਭਾਸ਼ਾ ਸੰਚਾਰ ਦਾ ਇੱਕ ਸਾਧਨ ਹੈ। ਸੋ ਅੱਗੋਂ ਅਗਰ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਨੀ ਵੀ ਇੱਥੇ ਬਣਦੀ ਹੈ, ਤਾਂ ਕਿ ਜੇ ਸਾਨੂੰ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਪਤਾ ਹੋਣਗੀਆਂ ਉਹੀ ਸਾਨੂੰ ਸਾਡੇ ਅੱਜ ਦੇ ਵਿਸ਼ੇ ਨਾਲ ਜੋੜਨਗੀਆਂ ਕਿ ਕਿਸ ਤਰ੍ਹਾਂ ਜਿਹੜੀ ਭਾਸ਼ਾ ਹੈ ਬਾਕੀ ਵਿਸ਼ਿਆਂ ਨੂੰ ਅੱਛੀ ਤਰ੍ਹਾਂ ਸੰਚਾਰਿਤ ਕਰਨ ਦੇ ਲਈ ਸਹਾਈ ਹੁੰਦੀ ਹੈ। ਸੋ ਭਾਸ਼ਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਜਿਨ੍ਹਾਂ ਵਿੱਚੋਂ ਮੈਂ ਕੁਝ ਚੁਣਿੰਦਾ ਲਈਆਂ ਨੇ। ਸਭ ਤੋਂ ਪਹਿਲਾਂ ਜਿਹੜਾ ਇਹਦਾ ਪੱਖ ਹੈ ਦੁਪੱਖਤਾ। ਦੁਪੱਖਤਾ ਤੋਂ ਭਾਵ ਹੈ ਕਿ ਭਾਸ਼ਾ ਨੂੰ ਅਸੀਂ ਦੋ ਪੱਧਰਾਂ ਤੇ ਦੇਖਦੇ ਹਾਂ, ਇੱਕ ਹੁੰਦੀ ਆ ਬੋਲਚਾਲ ਦੀ ਭਾਸ਼ਾ ਤੇ ਇੱਕ ਹੁੰਦੀ ਆ ਲਿਖਤੀ ਭਾਸ਼ਾ। ਲਿਖਤੀ ਦੇ ਵਿੱਚ ਜ਼ਿਆਦਾਤਰ ਜਿਹੜਾ ਹੈਗਾ ਗ੍ਰਾਮੈਟਿਕਲ ਜਿਹੜੇ ਨਿਯਮ ਨੇ, ਵਿਆਕਰਨਿਕ ਨਿਯਮ ਨੇ, ਉਹਨਾਂ ਨੂੰ ਜ਼ਿਆਦਾ ਧਿਆਨ 'ਚ ਦਿੱਤਾ ਜਾਂਦਾ। ਲੇਕਿਨ ਬੋਲਣ ਦੇ ਪੱਧਰ ਦੀ ਜਿਹੜੀ ਭਾਸ਼ਾ ਹੁੰਦੀ ਆ ਉੱਥੇ ਅਸੀਂ ਬਹੁਤ ਵਾਰੀ ਦੇਖਦੇ ਹਾਂ ਕਿ ਇੰਨੇ ਸਖਤ ਨਿਯਮ ਨਹੀਂ ਹੁੰਦੇ। ਅਗਲੀ ਜਿਹੜੀ ਭਾਸ਼ਾ ਦੀ ਵਿਸ਼ੇਸ਼ਤਾ ਹੈ, ਬਹੁਤ ਹੀ ਯਾਨੀ ਕਿ ਪ੍ਰਮੁੱਖ ਜਿਹਨੂੰ ਕਹਿ ਸਕਦੇ ਹਾਂ, ਉਹ ਹੈ ਸਿਰਜਣਾਤਮਕਤਾ। ਇਹਦਾ ਕੀ ਭਾਵ ਹੈ ਕਿ ਜਿਹੜੀ ਭਾਸ਼ਾ ਹੈ
ਉਹ ਹਰ ਟਾਈਮ ਸਿਰਜਣ ਪ੍ਰਕਿਰਿਆ ਚੋਂ ਨਿਕਲਦੀ ਆ। ਅਸੀਂ ਬਹੁਤ ਸਾਰਾ ਦੇਖਿਆ ਹੋਣਾ ਕਿ 10 ਸਾਲ ਪਹਿਲਾਂ 20 ਸਾਲ ਪਹਿਲਾਂ ਜੋ ਸ਼ਬਦ ਨਹੀਂ ਸੀ ਉਹ ਅੱਜ ਸਾਡੇ ਕੋਲ ਹੈਗੇ ਨੇ। ਇਟ ਮੀਨਸ ਕਿਤੇ ਨਾ ਕਿਤੇ ਸ਼ਬਦਾਂ ਦੀ ਸਿਰਜਣਾ ਹਰ ਪਲ ਹੁੰਦੀ ਰਹਿੰਦੀ ਹੈ। ਤੇ ਇਹਦਾ ਇੱਕ ਵੱਡਾ ਕਾਰਨ ਹੈ ਕਿ ਜਿਉਂ-ਜਿਉਂ ਮਨੁੱਖੀ ਸੱਭਿਅਤਾ ਅੱਗੇ ਵੱਧ ਰਹੀ ਆ, ਚੀਜ਼ਾਂ ਜਿਹੜੀਆਂ ਵਸਤਾਂ ਡਿਵਾਈਸਿਸ ਐਡ ਆਨ ਹੋ ਰਹੀਆਂ ਨੇ, ਉਸੇ ਤਰ੍ਹਾਂ ਉਹਨਾਂ ਦਾ ਨਾਮਕਰਨ ਹੋ ਰਿਹਾ ਹੈ। ਹਰ ਪਲ ਜਿਹੜੀ ਭਾਸ਼ਾ ਹੈਗੀ ਉਹ ਸਿਰਜਣ ਪ੍ਰਕਿਰਿਆ ਚੋਂ ਨਿਕਲਦੀ ਹੈ। ਅਗਲਾ ਹੈ ਆਪਹੁਦਰਾਪਨ। ਆਪਹੁਦਰਾਪਨ ਤੋਂ ਭਾਵ ਹੈ ਕਿ ਬਹੁਤ ਸਾਰੇ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਸ਼ਬਦ ਅਸੀਂ ਬੋਲਦੇ ਹਾਂ ਤਾਂ ਸਾਡੇ ਦਿਮਾਗ 'ਚ ਇੱਕ ਬਿੰਬ ਬਣਦਾ। ਜਿੱਦਾਂ ਮੈਂ ਮੇਜ਼ ਕਵਾਂ, ਕੁਰਸੀ ਕਵਾਂ ਤਾਂ ਸਾਡੀ ਤਸਵੀਰ ਜਾਂ ਬਿੰਬ ਜਿਹੜਾ ਉਹਦਾ ਸਾਡੇ ਮਾਈਂਡ 'ਚ ਬਣਦਾ। ਤੇ ਇਹ ਕੋਈ ਮਤਲਬ ਇੱਥੇ ਕੋਈ ਲੌਜੀਕਲ ਰੀਜ਼ਨ ਨਹੀਂ ਹੈ ਕਿ ਜੇ ਮੈਂ ਮੇਜ਼ ਕਹਿ ਰਹੀ ਹਾਂ ਤਾਂ ਪਰਟੀਕੂਲਰ ਮੇਜ਼ ਹੀ ਕਿਉਂ ਮੇਰੇ ਦਿਮਾਗ 'ਚ ਆ ਰਿਹਾ। ਤਾਂ ਜਿਵੇਂ ਨਿਰੁਕਤੀ ਦੀ ਗੱਲ ਹੁੰਦੀ ਹੈ, ਉੱਥੇ ਹੁੰਦਾ ਕਿ ਜਦੋਂ ਅਸੀਂ ਕੁਝ ਸ਼ਬਦ ਜਿਹੜੇ ਸਿਰਜਦੇ ਹਾਂ ਤਾਂ ਉਹਦੇ ਪਿੱਛੇ ਇੱਕ ਲੌਜੀਕਲ ਰੀਜ਼ਨ ਹੁੰਦਾ। ਲੇਕਿਨ ਬਹੁਤ ਸਾਰੇ ਸ਼ਬਦ ਐਸੇ ਹੁੰਦੇ ਨੇ ਜਿੱਥੇ ਇਹ ਸੰਬੰਧ ਆਪਹੁਦਰਾ ਹੁੰਦਾ। ਅੱਗੇ ਹੈ ਵਿਸਥਾਪਨ। ਵਿਸਥਾਪਨ ਤੋਂ ਭਾਵ ਹੈ ਕਿ ਜਿਹੜੀ ਭਾਸ਼ਾ ਉਹ ਸਮੇਂ ਸੀਮਾ 'ਚ ਬੱਝੀ ਨਹੀਂ ਹੋਈ। ਜਿਵੇਂ ਇੱਕ ਪਸ਼ੂ ਜਗਤ ਦੀ ਭਾਸ਼ਾ ਹੁੰਦੀ ਆ ਤਾਂ ਉਹ ਬਹੁਤ ਲਿਮਟਿਡ ਹੁੰਦੀ ਆ, ਠੀਕ ਆ, ਤਾਂ ਉਹਦਾ ਲਿਮਟਿਡ ਹੀ ਉਹ ਕਨਵੇ ਕਰਦੀ ਆ। ਲੇਕਿਨ ਜਿਹੜਾ ਮਨੁੱਖੀ ਭਾਸ਼ਾ ਹੈ ਉਹ ਸ਼ਬਦ ਜਿਹੜੇ ਇਸ ਤਰ੍ਹਾਂ ਵਿਸਥਾਪਿਤ ਹੁੰਦੇ ਰਹਿੰਦੇ ਨੇ ਕਿ ਕੁਝ ਸਮਾਂ ਪਹਿਲਾਂ ਜਿਨ੍ਹਾਂ ਸ਼ਬਦਾਂ ਦੇ ਅਰਥ ਹੋਰ ਸੀ, ਉਹੀ ਸ਼ਬਦ ਉਹੀ ਸਪੈਲਿੰਗ ਸਮਾਂ ਪਾ ਕੇ ਉਹਨਾਂ ਦੇ ਜਿਹੜੇ ਭਾਵ ਨੇ ਉਹ ਬਦਲਦੇ ਰਹਿੰਦੇ ਨੇ। ਤੇ ਮੇਰੇ ਜਿਹੜੇ ਲੈਂਗੁਏਜ ਵਾਲੇ ਟੀਚਰ ਜਾਣਦੇ ਨੇ ਕਿ ਕੁਝ ਸ਼ਬਦਾਂ ਦੇ ਅਰਥ ਆ ਸਮਾਂ ਪਾ ਕੇ ਨੈਗੇਟਿਵ ਹੋ ਜਾਂਦੇ ਨੇ ਪਹਿਲਾਂ ਨਾਲੋਂ, ਕੁਝ ਦੇ ਪੋਜ਼ਿਟਿਵ ਹੋ ਜਾਂ ਪੋਜ਼ਿਟਿਵ ਤੋਂ ਨੈਗੇਟਿਵ ਤੇ ਨੈਗੇਟਿਵ ਤੋਂ ਪੋਜ਼ਿਟਿਵ। ਸੋ ਇਹ ਜਿਹੜਾ ਪ੍ਰੋਸੈਸ ਚੱਲਦਾ ਰਹਿੰਦਾ। ਅੱਗੇ ਹੈ ਭਾਸ਼ਾ ਜਿਹੜੀ ਹੈਗੀ ਇੱਕ ਸੱਭਿਆਚਾਰ ਸੰਚਾਰਨ ਦਾ ਸਾਧਨ ਹੈ। ਮਨੁੱਖੀ ਸੱਭਿਅਤਾ ਦੀ ਇੱਕ ਬਹੁਤ ਵੱਡੀ ਖੋਜ ਆ। ਕਈ ਇਸ ਨੂੰ ਕਹਿੰਦੇ ਆ ਕਿ ਰੱਬੀ ਦਾਤ ਆ ਭਾਸ਼ਾ ਜਾਂ ਜਮਾਂਦਰੂ ਸਾਨੂੰ ਮਿਲੀ ਆ। ਭਾਸ਼ਾ ਸਾਨੂੰ ਜਮਾਂਦਰੂ ਨਹੀਂ ਮਿਲੀ। ਅਗਰ ਅਸੀਂ ਮਨੁੱਖੀ ਇਤਿਹਾਸ ਨੂੰ ਫਰੋਲੀਏ ਤਾਂ ਜਿਹੜਾ ਭਾਸ਼ਾ ਮਨੁੱਖ ਦੀ ਲੋੜ ਵਿੱਚੋਂ ਸਿਰਜੀ ਹੋਈ ਇੱਕ ਗੱਲ ਹੈ। ਸੋ ਜਿਹੜੀ ਇਹ ਲੋੜ ਵਿੱਚੋਂ ਸਿਰਜੀ ਹੋਈ ਚੀਜ਼ ਹੋਣ ਕਰਕੇ ਭਾਸ਼ਾ ਜਿਹੜੀ ਸੰਚਾਰਨ ਦਾ ਕੰਮ ਕਰਦੀ ਆ ਸੱਭਿਆਚਾਰ ਦੇ ਦਾ। ਤੇ ਇਹ ਸੱਭਿਆਚਾਰ ਦਾ ਜਿਹੜਾ ਸੰਚਾਰਨ ਸਾਡੇ ਤੱਕ ਹੋਇਆ ਉਹ ਭਾਸ਼ਾ ਦੀ ਬਦੌਲਤ ਹੀ ਹੋਇਆ। ਸੋ ਅਗਲਾ ਹੈ ਪ੍ਰਤੀਕਾਤਮਕ। ਇਹ ਅਸੀਂ ਪਹਿਲਾਂ ਵੀ ਜਦੋਂ ਆਪਹੁਦਰੇਪਨ ਦੀ ਗੱਲ ਕੀਤੀ ਆ ਕਿ ਭਾਸ਼ਾ ਜਿਹੜੀ ਹਮੇਸ਼ਾ ਸਿੰਬੋਲਿਕ ਹੁੰਦੀ ਆ। ਸੋ ਨੈਕਸਟ ਹੈ ਪ੍ਰਬੰਧਕੀ। ਪ੍ਰਬੰਧਕੀ ਤੋਂ ਭਾਵ ਕਿ ਭਾਸ਼ਾ ਜਿਹੜੀ ਇੱਕ ਆਪਣਾ ਹੀ ਸਿਸਟਮ ਹੁੰਦਾ। ਜਦੋਂ ਅਸੀਂ ਭਾਸ਼ਾ ਵਿਗਿਆਨ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਿਗਿਆਨਕ ਪੱਖ ਤੋਂ ਦੇਖਦੇ ਹਾਂ ਕਿ ਭਾਸ਼ਾ ਦਾ, ਧੁਨੀਆਂ ਦਾ, ਕਿਹੜੀ ਧੁਨੀ ਦਾ ਕਿੱਥੋਂ ਉਚਾਰਨ ਹੁੰਦਾ, ਇਹ ਪੂਰੇ ਸਿਸਟਮ ਵਿੱਚ ਵੱਜੀ ਹੋਈ ਆ। ਵਾਕ ਪ੍ਰਬੰਧ ਕਿਵੇਂ ਹੁੰਦਾ, ਹਰ ਇੱਕ ਭਾਸ਼ਾ ਦਾ ਇੱਕ ਸੈਂਟੈਂਸ ਜਿਹੜੀ ਸਿੰਟੈਕਸ ਹੁੰਦੀ ਆ। ਸੋ ਇਸ ਤਰ੍ਹਾਂ ਦੇ ਨਾਲ ਇਹਦਾ ਇੱਕ ਆਪਣਾ ਸਿਸਟਮ ਹੈ। ਸੋ ਕਿਉਂਕਿ ਮੈਂ ਪੰਜਾਬੀ ਅਧਿਆਪਕਾ ਹੋਣ ਦੇ ਨਾਤੇ ਜਿਵੇਂ ਆਪਣੀ ਹੈਡਿੰਗ ਵਿੱਚ ਹੀ ਕਲੀਅਰ ਕੀਤਾ ਕਿ ਮੈਂ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਅੱਜ ਦੇ ਵਿਸ਼ੇ ਦੀ ਗੱਲ ਕਰਾਂਗੀ। ਇਸ ਕਰਕੇ ਪੰਜਾਬੀ ਭਾਸ਼ਾ ਦੀਆਂ ਕੁਝ ਵਿਲੱਖਣਤਾਵਾਂ, ਵਿਸ਼ੇਸ਼ਤਾਵਾਂ ਵੀ ਜਿਹੜੀਆਂ ਇੱਥੇ ਮੈਂ ਮਤਲਬ ਕਹਿਣਾ ਜ਼ਰੂਰੀ ਸਮਝਦੀ ਹਾਂ। ਸੋ ਜਿਹੜੀ ਇੱਕ ਸਭ ਤੋਂ ਵੱਡੀ ਵਿਲੱਖਣਤਾ ਹੈ ਪੰਜਾਬੀ ਭਾਸ਼ਾ ਦੀ, ਜਿੰਨੀਆਂ ਵੀ ਭਾਰਤੀ ਯੂਰਪੀ ਭਾਸ਼ਾਵਾਂ ਦਾ ਇੱਕ ਪਰਿਵਾਰ ਹੈ, ਜਿਹੜੀਆਂ ਵੀ ਉਹਦੇ ਚੋਂ ਨਿਕਲੀਆਂ ਹੋਈਆਂ ਭਾਸ਼ਾਵਾਂ ਨੇ, ਉਹਨਾਂ ਵਿੱਚੋਂ ਪੰਜਾਬੀ ਹੀ ਇੱਕ ਐਸੀ ਜਿਹੜੀ ਹੈਗੀ ਭਾਸ਼ਾ ਜਿਹਨੂੰ ਅਸੀਂ ਸੁਰਾਤਮਕ ਭਾਸ਼ਾ ਕਹਿੰਦੇ ਹਾਂ। ਇਹਦਾ ਕੀ ਭਾਵ ਹੈ ਕਿ ਸੇਮ ਸੈਂਟੈਂਸ ਹੋਏਗਾ ਲੇਕਿਨ ਜਿਹੜੀ ਸੁਰ ਹੈ ਬੋਲਣ ਦੀ ਉਹਦੇ ਨਾਲ ਉਹਦੇ ਭਾਵ ਬਦਲ ਜਾਂਦੇ ਆ। ਸੋ ਅੱਗੇ ਥੋੜਾ ਜਿਹਾ ਪੰਜਾਬੀ ਦੀ ਜਿਹੜੇ ਸ਼ਬਦ ਭੰਡਾਰ ਆ, ਵੋਕੈਬਲਰੀ ਆ, ਸ਼ਬਦਾਵਲੀ ਆ, ਉਹਦੀ ਜਿਹੜੀ ਵਿਲੱਖਣਤਾ ਨੂੰ ਦਿਖਾਉਣ ਦੇ ਲਈ ਵੀ ਮੈਂ ਇੱਕ ਦੋ ਮਿੰਟ ਦਾ ਜਿਹੜਾ ਇੱਥੇ ਟਾਈਮ ਲਵਾਂਗੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿਸੇ ਇੱਕ ਚੀਜ਼ ਦੇ ਵਾਸਤੇ ਬਹੁਤ ਸਾਰੇ ਨਾਮ ਨੇ। ਏਦਾਂ ਹਰ ਭਾਸ਼ਾ 'ਚ ਹੁੰਦਾ ਵੈਸੇ ਕਿ ਇੱਕ ਹੀ ਚੀਜ਼ ਦੇ ਲਈ ਕਈ ਸਾਰੇ ਨਾਮ ਹੁੰਦੇ ਆ, ਪਰ ਪੰਜਾਬੀ 'ਚ ਤਾਂ ਅਚੰਭਤ ਕਰਨ ਵਾਲੇ ਨਾਮ ਨੇ। ਜਿਵੇਂ ਹੁਣ ਸਮੇਂ ਦੀ ਗੱਲ ਕਰੀਏ ਤਾਂ ਸਮੇਂ ਦੇ ਜਿਹੜੇ ਸਲੋਟ ਨੇ ਅਸੀਂ ਸਵੇਰ, ਦੁਪਹਿਰ, ਸ਼ਾਮ, ਰਾਤ, ਅੱਧੀ ਰਾਤ ਇਸ ਤਰ੍ਹਾਂ ਯੂਜ਼ ਕਰਦੇ ਹਾਂ, ਜਾਂ ਫਿਰ ਮਾਰਨਿੰਗ, ਆਫਟਰਨੂਨ, ਨਾਈਟ, ਅਰਲੀ ਮਾਰਨਿੰਗ। ਲੇਕਿਨ ਪੰਜਾਬੀ ਦੇ ਵਿੱਚ ਜੇ ਮੈਂ ਕਹਾਂ ਕਿ ਉਹਦੇ ਲਈ ਜਿਹੜੀਆਂ ਇੱਥੋਂ ਦੀਆਂ ਸਥਾਨਕ ਭਾਸ਼ਾਵਾਂ ਨੇ, ਉਪਬੋਲੀਆਂ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਉਹਦੇ ਹਿਸਾਬ ਦੇ ਨਾਲ ਇੱਕੋ ਹੀ ਸਮੇਂ ਦੇ ਲਈ ਬਹੁਤ ਸਾਰੇ ਨਾਮ ਨੇ। ਜਿਵੇਂ ਸਵੇਰ ਸ਼ਬਦ ਆ, ਇਹਨੂੰ ਪੰਜਾਬ ਦੇ ਹੀ ਪੰਜਾਬੀ ਬੋਲਦੇ ਇਲਾਕੇ ਵਿੱਚ ਹੀ ਕਿਸੇ ਜਗ੍ਹਾ ਤੇ ਇਹਨੂੰ ਪੌ ਫਟਾਲਾ ਕਿਹਾ ਜਾਂਦਾ, ਕਿਸੇ ਜਗ੍ਹਾ ਤੇ ਇਹਨੂੰ ਸਵਖਤਾ ਕਿਹਾ ਜਾਂਦਾ, ਅੰਮ੍ਰਿਤ ਵੇਲਾ ਕਿਹਾ ਜਾਂਦਾ, ਦੈਨ ਸਰਗੀ ਵੇਲਾ, ਸਾਜਰਾ, ਪ੍ਰਭਾਤ, ਤੜਕਾ। ਤੇ ਇਸੇ ਤਰ੍ਹਾਂ ਜਦੋਂ ਕਾਫੀ ਅਰਲੀ ਮਾਰਨਿੰਗ ਹੁੰਦੀ ਆ ਤਾਂ ਉਦੋਂ ਅਸੀਂ ਇਸ ਨੂੰ
ਪੌਫਟਾਲਾ ਵੀ ਕਹਿ ਦਿੰਦੇ ਆ, ਚਿੜੀ ਚੂਕ ਦੀ ਨਾਲ। ਸ਼ਾਮ ਨੂੰ ਅਸੀਂ ਤਰਕਾਲਾ ਵੀ ਕਹਿ ਦਿੰਦੇ ਆ, ਛੰਝ ਪਈ ਵੀ ਕਹਿ ਦਿੰਦੇ ਆ, ਠੀਕ ਹੈ। ਸੋ ਮੂੰਹ ਝਾਖਰਾ ਇਹ ਸਵੇਰ ਦੇ ਵੇਲੇ ਨੂੰ ਕਿਹਾ ਜਾਂਦਾ, ਆਥਨ ਸ਼ਾਮ ਦੇ ਵੇਲੇ ਨੂੰ ਕਿਹਾ ਜਾਂਦਾ, ਲੌਡਾ ਵੇਲਾ ਜਦੋਂ ਅਸੀਂ ਦੁਪਹਿਰ ਤੋਂ ਢਲ ਜਾਂਦੀ ਹੈ ਲੇਕਿਨ ਸ਼ਾਮ ਤੋਂ ਪਹਿਲਾਂ ਦਾ ਸਮਾਂ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਬਹੁਤ ਹੀ ਜ਼ਿਆਦਾ ਸ਼ਬਦ ਸਮੇਂ ਨੂੰ ਰਿਪਰੈਜ਼ੈਂਟ ਕਰਨ ਲਈ ਨੇ। ਅੱਗੋਂ ਜੇ ਮੈਂ ਰੰਗਾਂ ਦੀ ਗੱਲ ਕਰਾਂ, ਵੈਸੇ ਹਰ ਭਾਸ਼ਾ ਵਿੱਚ ਰੰਗਾਂ ਦੇ ਬਹੁਤ ਸਾਰੇ ਨਾਮ ਨੇ, ਲੇਕਿਨ ਪੰਜਾਬੀ 'ਚ ਕੁਝ ਰੰਗ ਜਿਹੜੇ ਇਸ ਤਰ੍ਹਾਂ ਦੇ ਨੇ ਜਿਹੜੇ ਬਿਲਕੁਲ ਹੀ ਸਥਾਨਕ ਲੋਕਾਂ ਦੁਆਰਾ ਘੜੇ ਜਾਂਦੇ ਨੇ, ਲੇਕਿਨ ਉਹ ਇੰਨੇ ਕੁ ਜ਼ਿਆਦਾ ਸਾਰਿਆਂ ਲੋਕਾਂ ਨੂੰ ਪ੍ਰਵਾਨ ਹੋ ਜਾਂਦੇ ਨੇ, ਸਰਬ ਪ੍ਰਵਾਨਿਤ ਜਿਹਨੂੰ ਆਪਾਂ ਕਹਿੰਦੇ ਆ, ਜਿਵੇਂ ਬਦਾਮੀ, ਸੁਨਹਿਰਾ, ਜ਼ਹਿਰ ਮੋਰਾ, ਸੌਂਫੀਆ, ਪਿਸਤਾ, ਨਸਵਾਰੀ, ਤਰਬੂਜੀ, ਬਲੌਰੀ, ਸੋ ਜੋਗੀਆ, ਘੀਕਪੂਰੀ, ਮੋਰਪੰਖੀਆ, ਟਮਾਟਰੀ, ਉਨਾਬੀ, ਸੰਦਲੀ, ਸੋ ਕਸਮੈਲਾ, ਬੱਗਾ, ਚਿੱਟਾ, ਕੱਕਾ। ਸੋ ਇਦਾਂ ਦੇ ਕਾਫੀ ਸਾਰੇ ਰੰਗ ਨੇ ਜਿਹੜੇ ਅਸੀਂ ਮਤਲਬ ਹੋਰ ਭਾਸ਼ਾਵਾਂ ਦੇ ਵਿੱਚ ਰੰਗਾਂ ਦੇ ਇੰਨੇ ਨਾਮ ਨਹੀਂ ਸੁਣਦੇ। ਅਗਲੀ ਜੇ ਮੈਂ ਪੰਜਾਬੀ ਭਾਸ਼ਾ ਦੀ ਹੋਰ ਇੱਕ ਖਾਸੀਅਤ ਦੀ ਗੱਲ ਕਰਾਂ, ਉਹ ਇਹਦੀ ਗ੍ਰਹਿਣਸ਼ੀਲਤਾ ਦੀ, ਜਿਹਦਾ ਵੀ ਇੱਕ ਇਤਿਹਾਸਕ ਕਾਰਨ ਆ। ਇੱਥੇ ਜਦੋਂ ਅਸੀਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਵੋਕੈਬਲਰੀ ਪੜ੍ਹਾਉਂਦੇ ਆ, ਦੱਸਦੇ ਆ ਕਿ ਕਿਹੜੇ ਸ਼ਬਦ ਕਿੱਥੋਂ ਆਏ, ਤਾਂ ਉਦੋਂ ਅਸੀਂ ਇੱਕ ਤਰੀਕੇ ਨਾਲ ਇਤਿਹਾਸ ਨਾਲ ਵੀ ਜੋੜ ਰਹੇ ਹੁੰਦੇ ਆ ਪੰਜਾਬੀ ਭਾਸ਼ਾ ਨੂੰ। ਪੰਜਾਬੀ ਭਾਸ਼ਾ ਕੋਲੇ ਤਤਸਮੀ ਤੇ ਤਦਭਵੀ ਸ਼ਬਦਾਂ ਦਾ ਬਹੁਤ ਵੱਡਾ ਭੰਡਾਰ ਆ। ਤਤਸਮੀ ਸ਼ਬਦ ਕੀ ਹੁੰਦੇ ਆ? ਜਿਹੜੇ ਅਸੀਂ ਕਿਸੇ ਹੋਰ ਭਾਸ਼ਾ ਤੋਂ ਲੈਂਦੇ ਆ। ਵੈਸੇ ਵਿਸ਼ਵ ਦੀ ਹਰ ਭਾਸ਼ਾ ਦੂਜੀ ਭਾਸ਼ਾ ਤੋਂ ਸ਼ਬਦ ਗ੍ਰਹਿਣ ਕਰਦੀ ਆ। ਜਿਵੇਂ ਜਿਵੇਂ ਅਸੀਂ ਕਿਸੇ ਦੂਜੀ ਭਾਸ਼ਾ ਦੇ ਸੰਪਰਕ ਚ ਆਉਂਦੇ ਆ ਬੋਲਣ ਵਾਲਿਆਂ ਦੇ, ਤਾਂ ਉਹ ਸ਼ਬਦ ਆਟੋਮੈਟਿਕਲੀ ਸਾਡੀ ਭਾਸ਼ਾ ਚ ਆ ਜਾਂਦੇ ਆ। ਲੇਕਿਨ ਪੰਜਾਬੀ ਦੀ ਗ੍ਰਹਿਣਸ਼ੀਲਤਾ ਦੀ ਆਪਾਂ ਅਗਰ ਗੱਲ ਕਰੀਏ, ਤਤਸਮੀ ਸ਼ਬਦ ਉਹ ਹੁੰਦੇ ਆ ਜਿਹੜੇ ਅਸੀਂ ਕਿਸੇ ਹੋਰ ਭਾਸ਼ਾ ਤੋਂ ਐਜ਼ ਇਟ ਇਜ਼ ਲੈ ਲੈਂਦੇ ਆ, ਉਹਦੇ ਚ ਕੋਈ ਬਦਲਾਅ ਨਹੀਂ ਕਰਦੇ। ਲੇਕਿਨ ਤਤਸਮੀ ਉਹ ਉਦੋਂ ਬਣਦੇ ਆ ਜਦੋਂ ਸਾਡੀ ਜਿਹੜੀ ਭਾਸ਼ਾ ਹੁੰਦੀ ਹੈ, ਜਿਹਨੇ ਉਹ ਗ੍ਰਹਿਣ ਕੀਤੇ ਹੁੰਦੇ ਆ, ਉਹਦਾ ਹਰ ਬਸ਼ਿੰਦਾ, ਉਹਨੂੰ ਬੋਲਣ ਵਾਲਾ ਹਰ, ਚਾਹੇ ਉਹ ਅਨਪੜ੍ਹ ਚਾਹੇ ਪੜ੍ਹਿਆ ਲਿਖਿਆ, ਤਾਂ ਸਧਾਰਨ ਤੋਂ ਸਧਾਰਨ ਬੰਦਾ ਵੀ ਉਹਨੂੰ ਉਸੇ ਤਰ੍ਹਾਂ ਕਬੂਲ ਕਰਦਾ। ਤੇ ਤਦਭਵੀ ਹੁੰਦੇ ਆ ਕਿ ਕੁਝ ਸ਼ਬਦ ਐਸੇ ਹੁੰਦੇ ਅਸੀਂ ਦੂਜੀ ਭਾਸ਼ਾ ਤੋਂ ਲੈਂਦੇ ਆ, ਲੇਕਿਨ ਉਹ ਸਾਡੇ ਭਾਸ਼ਾ ਬੋਲਣ ਵਾਲਿਆਂ ਦੇ ਸੁਭਾਅ ਦੇ ਜਾਂ ਉਹਦੇ ਅਕੋਰਡਿੰਗ ਨਹੀਂ ਹੁੰਦੀ, ਉਹਨਾਂ ਦੀ ਜ਼ੁਬਾਨ ਤੇ ਨਹੀਂ ਚੜ੍ਹਦੀ, ਤਾਂ ਉਹਦੇ ਵਿੱਚ ਇੱਕ ਬਦਲਾਅ ਲਿਆਂਦਾ ਜਾਂਦਾ, ਜੋ ਕਿ ਸੁਭਾਵਿਕ ਤੌਰ ਤੇ ਆਪਣੇ ਆਪ ਆਉਂਦਾ ਤੇ ਉਹਨੂੰ ਸਾਰੇ ਦੇ ਸਾਰੇ ਲੋਕ ਕਬੂਲ ਕਰ ਲੈਂਦੇ ਆ, ਸਰਬ ਪ੍ਰਵਾਨਿਤ ਹੁੰਦੀ ਆ, ਤੇ ਉਹ ਈਵਨ ਡਿਕਸ਼ਨਰੀਆਂ ਦੀ ਭਾਸ਼ਾ ਵੀ ਬਣ ਜਾਂਦੀ ਆ, ਸ਼ਬਦ ਬਣ ਜਾਂਦੇ ਆ। ਸੋ ਜੇ ਮੈਂ ਤਤਸਮੀ ਸ਼ਬਦਾਂ ਦੀ ਗੱਲ ਕਰਾਂ ਤਾਂ ਫਾਰਸੀ ਜਿਹੜੇ ਬੋਲਣ ਵਾਲਿਆਂ ਦੇ ਸੰਪਰਕ ਸਾਡਾ ਦੇਸ਼ 800 ਸਾਲ ਰਿਹਾ, ਤਾਂ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਨੂੰ ਕਿ ਕਿਹੜਾ ਸ਼ਬਦ ਕਿੱਥੋਂ ਆਇਆ, ਤਾਂ ਅਸੀਂ ਉਹਨੂੰ ਇਤਿਹਾਸ ਵੀ ਪੜ੍ਹਾਉਂਦੇ ਹਾਂ, ਦੱਸਦੇ ਹਾਂ। ਫਾਰਸੀ ਤੋਂ ਅਸੀਂ ਕੁਝ ਸ਼ਬਦ ਉਵੇਂ ਦੀ ਉਵੇਂ ਲਏ ਨੇ, ਅਮੀਰ, ਉਸਤਾਦ, ਅਦਾਲਤ, ਅਰਜੀ, ਜੋ ਅੱਜ ਤੱਕ ਵੀ ਐਵੇਂ ਚੱਲਦੇ ਨੇ, ਕਮੀਜ਼, ਸਲਵਾਰ, ਇਨਸਾਫ, ਇਮਤਿਹਾਨ, ਸੂਬਾ, ਸਜ਼ਾ, ਈਵਨ ਕੁਰਸੀ, ਸਬਜੀ। ਸੋ ਇਹ ਸਾਡੀ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਇਹਨੂੰ ਕਹੇਗਾ ਕਿ ਨਹੀਂ ਜੀ ਇਹ ਤਾਂ ਬਾਹਰ ਦਾ ਸ਼ਬਦ ਆ, ਜਾਣੀ ਕਿ ਸਾਡੀ ਭਾਸ਼ਾ ਵਿੱਚ ਰਚ ਮਿਚ ਚੁੱਕੇ ਨੇ। ਅੰਗਰੇਜ਼ੀ ਦੇ ਸ਼ਬਦ ਜਿਹੜੇ ਕਿ ਅੰਗਰੇਜ਼ੀ ਲੋਕਾਂ ਦੇ ਸਾਡੇ ਇੱਥੇ ਸੰਪਰਕ 'ਚ ਰਹਿਣ ਦੇ ਨਾਲ 200 ਸਾਲ ਜਦੋਂ ਰਹੇ, ਤਾਂ ਉਦੋਂ ਸਾਡੇ ਵੋਕੈਬਲਰੀ ਦਾ ਹਿੱਸਾ ਬਣੇ। ਅਪੀਲ, ਪੈਨ, ਪੈਨਸਲ, ਸਕੂਲ, ਇਹਦਾ ਸਾਡਾ ਕੋਈ ਬਦਲ ਨਹੀਂ, ਚਾਹੇ ਕੋਈ ਪੜ੍ਹਿਆ ਚਾਹੇ ਨਹੀਂ, ਤਾਂ ਇਹਨਾਂ ਸ਼ਬਦਾਂ ਨੂੰ ਉਵੇਂ ਹੀ ਯੂਜ਼ ਕਰਦਾ। ਅੱਗੇ ਹੁੰਦੇ ਤਦਭਵ ਸ਼ਬਦ। ਤਦਭਵ ਜਿਵੇਂ ਮੈਂ ਦੱਸਿਆ ਕਿ ਥੋੜਾ ਅਸੀਂ ਉਹਦੇ 'ਚ ਬਦਲਾਅ ਕਰ ਲੈਂਦੇ ਹਾਂ, ਕਿਉਂਕਿ ਜਿਹੜੀ ਪਰਟੀਕੂਲਰ ਭਾਸ਼ਾ ਦੀ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਦੀ, ਉਹਨੂੰ ਬੋਲਣ ਵਾਲਾ ਜਿਹੜਾ ਬੁਲਾਰਾ ਹੈ, ਸਧਾਰਨ ਬੁਲਾਰਾ, ਤਾਂ ਉਹ ਉਹਨੂੰ ਉਵੇਂ ਕਬੂਲ ਨਹੀਂ ਕਰਦਾ। ਜਿਵੇਂ ਹੁਣ ਮੈਂ ਕਹਾਂ ਦੁਖਦ ਸੰਸਕ੍ਰਿਤ ਦਾ, ਤਾਂ ਅਸੀਂ ਉਹਨੂੰ ਦੁੱਖ ਕਹਿੰਦੇ ਹਾਂ। ਸੰਤੋਸ਼ ਸੰਤੋਖ ਕਹਿੰਦੇ ਹਾਂ। ਮਨੁੱਸ਼ ਮਨੁੱਖ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਇਸ਼ਨਾਨ ਇਸ਼ਨਾਨ ਕਹਿੰਦੇ ਹਾਂ। ਵਥ ਵਸਤ, ਲਾਭ ਲਾਹਾ ਪੰਜਾਬੀ ਦੇ ਵਿੱਚ ਬਣ ਜਾਂਦਾ ਆ ਕੇ, ਹੈ ਨਾ। ਸੋ ਇੱਦਾਂ ਹੀ ਜੇ ਮੈਂ ਫਾਰਸੀ ਤੇ ਗੱਲ ਕਰਾਂ ਕਿ ਜਿਹੜੇ ਐਜ਼ ਇਟ ਇਜ਼ ਨਹੀਂ ਅਪਣਾਏ, ਲੇਕਿਨ ਅਪਣਾਏ ਨਹੀਂ, ਬਟ ਉਹਨੂੰ ਥੋੜਾ ਬਦਲ ਕੇ, ਅਰਦਲੀ, ਕਾਗਦ, ਕਮੀਜ਼, ਦੋਜਕ, ਪਰਵਤਗਾਰ ਵਗੈਰਾ ਵਗੈਰਾ। ਸੋ ਇਸ ਤਰ੍ਹਾਂ ਅੰਗਰੇਜ਼ੀ ਦੇ ਕੁਝ ਸ਼ਬਦ ਸੀ ਜੋ ਸਾਡੇ ਸਧਾਰਨ ਭਾਸ਼ਾ ਬੋਲਣ ਵਾਲਿਆਂ ਦੇ ਮੂੰਹ ਤੇ ਨਹੀਂ ਸੀ ਚੜ੍ਹਦੇ। ਉਹ ਸਕੱਤਰ ਬਣ ਗਿਆ, ਹਸਪਤਾਲ ਬਣ ਗਿਆ, ਕਰਨੈਲ, ਜਦਕਿ ਹਸਪਤਾਲ ਹਸਪੀਟਲ ਦਾ ਹੀ ਬਦਲਿਆ ਹੋਇਆ ਰੂਪ ਆ, ਬਟ ਪੰਜਾਬੀ ਸੁਭਾਅ ਦੇ ਅਨੁਸਾਰ ਹਸਪਤਾਲ ਜਿਹੜਾ ਉਹਨਾਂ ਦੀ ਜ਼ੁਬਾਨ ਦਾ ਹਿੱਸਾ ਬਣਿਆ, ਤਾਂ ਇਹੀ ਜਿਹੜਾ ਡਿਕਸ਼ਨਰੀਆਂ ਦਾ ਹਿੱਸਾ ਬਣਿਆ। ਤੌਲੀਆ, ਰਜਮੈਂਟ, ਲਾਟ, ਪਲਟਨ ਵਗੈਰਾ। ਸੋ ਸਮੇਂ ਦੀ ਕਮੀ ਇਸ ਕਰਕੇ ਮੈਂ ਥੋੜੀਆਂ ਗੱਲਾਂ ਕਰਾਂਗੀ, ਬਟ ਕਿਉਂਕਿ ਮੇਨ ਆਪਣਾ ਜਿਹੜਾ ਵਿਸ਼ਾ ਹੈ ਅੱਜ ਅੰਤਰ ਅਨੁਸ਼ਾਸਨੀ ਹੁਨਰ। ਜਦੋਂ ਅਸੀਂ ਕਹਿੰਦੇ ਹਾਂ ਕਿ ਅੰਤਰ ਅਨੁਸ਼ਾਸਨੀ ਜਿਹੜਾ ਸੰਬੰਧ ਹੋਣਾ ਚਾਹੀਦਾ, ਸਾਡਾ ਨਿਊ ਐਜੂਕੇਸ਼ਨ ਪਾਲਿਸੀ ਵੀ ਇਹੀ ਕਹਿੰਦੀ ਆ ਕਿ ਬੱਚੇ ਦੇ ਸਰਬਪੱਖੀ ਵਿਕਾਸ ਲਈ ਸਾਰੇ ਦੇ ਸਾਰੇ ਜਿਹੜੇ ਵਿਸ਼ੇ ਨੇ, ਉਹਦੀਆਂ ਜਿਹੜੀਆਂ ਸਕਿੱਲਸ ਨੇ, ਉਹ ਬੱਚੇ ਨੂੰ ਆਉਣੀਆਂ ਚਾਹੀਦੀਆਂ। ਤਾਂ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਪੜ੍ਹਾਉਣ ਦੇ ਸਮੇਂ, ਟੀਚਿੰਗ ਦੇ ਸਮੇਂ ਸਾਰੇ ਵਿਸ਼ਿਆਂ ਨੂੰ ਇੰਟੀਗ੍ਰੇਟ ਕਰਾਂਗੇ। ਸੋ ਕਿਹੜੇ ਹੁਨਰ ਨੇ ਤੇ ਕੀ ਹੁੰਦੇ ਨੇ?
ਅੰਤਰ ਅਨੁਸ਼ਾਸਨੀ ਕੁਸ਼ਲਤਾਵਾਂ ਜਿਹੜੀਆਂ ਹੁੰਦੀਆਂ, ਹੁਨਰ ਹੁੰਦੇ ਨੇ, ਉਸ ਸਮੱਗਰੀ ਦੀ ਪੜਚੋਲ ਕਰਨ ਜਾਂ ਗਿਆਨ ਅਤੇ ਤਜਰਬੇ ਦਾ ਏਕੀਕ੍ਰਿਤ ਕਰਕੇ ਕਿਸੇ ਸਮੱਸਿਆ ਦਾ ਹੱਲ ਕਰਨ ਦਾ ਹਵਾਲਾ ਦਿੰਦੀਆਂ ਨੇ, ਸਾਨੂੰ ਉਸ ਯੋਗ ਬਣਾਉਂਦੀਆਂ ਨੇ ਕਿ ਕੋਈ ਵੀ ਸਾਡੀ ਲਾਈਫ ਦੀ ਸਮੱਸਿਆ, ਤਾਂ ਜੋ ਅਸੀਂ ਅਲੱਗ-ਅਲੱਗ ਡਿਸਿਪਲਨਸ ਤੋਂ ਆਪਣੇ ਕੁਸ਼ਲ ਸਿੱਖੇ ਨੇ, ਹੁਨਰ ਸਿੱਖੇ ਨੇ, ਉਹਨਾਂ ਸਾਰਿਆਂ ਦਾ ਸਾਂਝੇ ਤੌਰ ਦੇ ਉੱਤੇ ਇਸਤੇਮਾਲ ਕਰਕੇ ਉਸ ਸਮੱਸਿਆ ਨੂੰ ਅਸੀਂ ਹੱਲ ਕਰ ਸਕਦੇ ਹਾਂ। ਸੋ ਉਹ ਕਿਹੜੇ ਹੋ ਸਕਦੇ ਨੇ? ਸਾਖਰਤਾ, ਦੈਨ ਤਰਕ ਵਿਤਰਕ, ਸੋਚ ਵਿਚਾਰ ਦਾ ਹੁਨਰ, ਖੋਜ ਹੁਨਰ ਤੇ ਸੰਖਿਆਤਮਕ ਹੁਨਰ। ਇਹਨਾਂ ਸਾਰਿਆਂ ਦੀ ਸਾਨੂੰ ਲੋੜ ਪੈਂਦੀ ਹੈ ਜਦੋਂ ਅਸੀਂ ਲਾਈਫ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨਾ ਹੁੰਦਾ। ਸੋ ਅਗੇਨ ਮੈਂ ਜੇ ਪੰਜਾਬੀ ਭਾਸ਼ਾ ਤੇ ਕੇਂਦਰਿਤ ਕਰਾਂ ਜਾਂ ਮੈਂ ਕਹਾਂ ਕਿ ਸਾਹਿਤ ਤੇ, ਜੇ ਮੈਂ ਪਾਰਟਿਕੂਲਰ ਭਾਸ਼ਾ ਦੀ ਨਾ ਵੀ ਗੱਲ ਕਰਾਂ ਤਾਂ ਸਾਹਿਤ ਤੇ ਇੱਕ ਟੁਕੜੀ ਮੈਂ ਤੁਹਾਡੇ ਸਾਹਮਣੇ ਸ਼ਾਇਦ ਆਈ ਹੋਪ ਕਿ ਇੰਦਰ ਸਰ ਤੁਸੀਂ ਪੜ੍ਹ ਪਾ ਰਹੇ ਹੋਗੇ ਇਹਨੂੰ। ਬਹੁਤ ਸਾਰੇ ਟੀਚਰ ਮੇਰੇ ਸ਼ਾਇਦ ਪੰਜਾਬੀ ਪੜ੍ਹਨ ਵਿੱਚ ਉਹਨਾਂ ਨੂੰ ਦਿੱਕਤ ਹੈ, ਲੇਕਿਨ ਫਿਰ ਵੀ ਚਲੋ ਮੈਂ ਇੱਥੇ ਹੈਲਪਫੁਲ ਹੋਣੀ ਹੈ ਤੁਹਾਡੇ ਲਈ। ਹੋ ਕੇ ਮੁਕਤ ਜਮਾ ਮਨਫੀ ਦੇ ਚਿੰਨ੍ਹਾਂ ਤੋਂ ਮੈਂ ਸਿਰਫ ਸਿਫਰ ਬਣ ਖੜੋਤੀ ਹਾਂ। ਇਹ ਇੱਕ ਕਾਵਿ ਟੁਕੜੀ ਹੈ। ਕੀ ਤੁਹਾਡੇ ਚੋਂ ਮੈਨੂੰ ਕੋਈ ਦੱਸ ਸਕਦਾ ਕਿ ਅਸੀਂ ਜਦੋਂ ਇਸ ਕਾਵਿ ਟੁਕੜੀ ਨੂੰ ਬੱਚਿਆਂ ਨੂੰ ਪੜ੍ਹਾਉਣਾ ਤਾਂ ਕਿਹੜੇ ਸ਼ਬਦ ਸਬਜੈਕਟ ਦੇ ਨਾਲ ਅਸੀਂ ਕੋਰਿਲੇਟ ਕਰ ਸਕਦੇ ਹਾਂ? ਜੀ ਮੈਥਸ। ਜੀ ਬਿਲਕੁਲ, ਹੋ ਕੇ ਮੁਕਤ ਜਮਾ ਮਨਫੀ ਦੇ ਚਿੰਨ੍ਹਾਂ ਤੋਂ। ਦੇਖੋ ਇੱਥੇ ਜਦੋਂ ਅਧਿਆਪਕ ਇਹ ਟੁਕੜੀ ਬੱਚਿਆਂ ਨੂੰ ਪੜ੍ਹਾ ਰਿਹਾ ਤਾਂ ਹੈ ਤੇ ਸਾਹਿਤ ਦਾ ਹਿੱਸਾ, ਭਾਸ਼ਾ ਦਾ ਹਿੱਸਾ, ਲੇਕਿਨ ਜਦੋਂ ਉਹ ਗੱਲ ਪਹਿਲਾਂ ਤਾਂ ਦੇਖੋ ਭਾਸ਼ਾ ਦੇ ਜਮਾ ਮਨਫੀ ਸ਼ਬਦਾਂ ਦੀ ਗੱਲ ਕਰੇਗਾ ਕਿ ਕਿੱਥੋਂ ਆਏ, ਫਾਰਸੀ ਤੋਂ ਆਏ। ਉਹਦਾ ਇਤਿਹਾਸ ਦੱਸੇਗਾ ਕਿ ਕਿਸ ਤਰ੍ਹਾਂ ਜਿਹੜੇ ਫਾਰਸੀ ਸ਼ਬਦ ਸਾਡੇ ਇੱਥੇ ਆਉਣ ਦਾ ਕਾਰਨ ਕੀ ਸੀ, ਇਤਿਹਾਸ ਦੀ ਗੱਲ ਹੋਗੀ। ਤੇ ਉਸ ਤੋਂ ਬਾਅਦ ਮੈਂ ਸਿਰਫ ਸਿਫਰ ਬਣ ਖੜੋਤੀ ਹਾਂ। ਜਦੋਂ ਅਧਿਆਪਕ ਇਸ ਕਾਵਿ ਟੁਕੜੀ ਨੂੰ, ਇਹਨਾਂ ਸ਼ਬਦਾਂ ਨੂੰ ਬੱਚਿਆਂ ਨੂੰ ਕਨਵੇ ਕਰੇਗਾ ਤਾਂ ਉਹ ਇੱਕੋ ਟਾਈਮ ਦੇ ਉੱਤੇ ਫਲਸਫੇ ਦੀ ਗੱਲ ਵੀ ਕਰ ਰਿਹਾ, ਜੀਵਨ ਦੇ ਫਲਸਫੇ ਦੀ ਗੱਲ ਵੀ ਕਰ ਰਿਹਾ ਕਿ ਕਿਸ ਤਰ੍ਹਾਂ ਅਸੀਂ ਦੁੱਖਾਂ ਅਤੇ ਸੁੱਖਾਂ ਤੋਂ ਨੂੰ ਮਤਲਬ ਇੱਕ ਪਾਸੇ ਰੱਖ ਕੇ ਸਿਫਰ ਬਣ ਜਾਣਾ, ਭਾਵ ਕੋਈ ਵੀ ਆਪਣੀ ਜਿਹੜੀ ਦੁੱਖ ਜਾਂ ਸੁੱਖ ਸਾਨੂੰ ਜਦੋਂ ਇਫੈਕਟ ਨਹੀਂ ਕਰਦੇ, ਕਨਸਟੈਂਟ ਹੋ ਜਾਂਦੇ ਆ, ਇਹ ਗੱਲ ਵੀ ਕਰੇਗਾ। ਤੇ ਨਾਲ ਦੀ ਨਾਲ ਗਣਿਤ ਵਿਸ਼ੇ ਨਾਲ ਏਕੀਕ੍ਰਿਤ ਕਰਦਿਆਂ ਉਹਨੂੰ ਜਿਹੜੀ ਹੈਗੀ ਸੰਖਿਆ ਰੇਖਾ ਦਾ ਗਿਆਨ ਵੀ ਦੇਵੇਗਾ। ਸੋ ਅੱਗੇ ਅਸੀਂ ਭਾਸ਼ਾ ਤੇ ਗਣਿਤ ਦੀ ਜੇ ਹੋਰ ਗੱਲ ਕਰਨੀ ਹੋਵੇ ਕਿ ਭਾਸ਼ਾ ਜਿਹੜੀ ਹੈਗੀ ਗਣਿਤ ਦੀਆਂ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਦਾ ਨਿਰਮਾਣ ਵੀ ਕਰਦੀ ਆ ਐਂਡ ਉਹਨਾਂ ਨੂੰ ਸੰਚਾਰ ਵੀ ਕਰਦੀ ਆ। ਜੇ ਭਾਸ਼ਾ ਹੋਏਗੀ ਤਾਂ ਹੀ ਬੱਚਿਆਂ ਤੱਕ ਪਾਰਟਿਕੂਲਰ ਕਿਸੇ ਧਾਰਨਾ ਦਾ ਨਿਰਮਾਣ ਹੋਏਗਾ। ਔਰ ਦੂਸਰੀ ਗੱਲ ਇਹ ਵੀ ਕਿ ਜਦੋਂ ਮੁੱਢਲੀ ਉਮਰ ਹੁੰਦੀ ਹੈ ਬੱਚੇ ਦੀ, ਉਦੋਂ ਉਹ ਅੰਕਾਂ ਦੀ ਬਜਾਏ ਮੈਥ ਕਿਵੇਂ ਸਿੱਖਦਾ? ਅੰਕਾਂ ਨਾਲੋਂ ਬਾਅਦ ਵਿੱਚ ਇੰਟਰੋਡਿਊਸ ਹੁੰਦਾ। ਪਹਿਲਾਂ ਉਹ ਮਾਤਰਾ, ਆਕਾਰ, ਤੁਲਨਾ ਤੇ ਸ਼ਬਦਾਂ ਰਾਹੀਂ ਸਿੱਖਦਾ ਮੈਥ ਦੀਆਂ ਧਾਰਨਾਵਾਂ ਨੂੰ। ਉਸ ਤੋਂ ਬਾਅਦ ਜਿਹੜੀਆਂ ਵਰਡ ਪ੍ਰੋਬਲਮਸ ਹੁੰਦੀਆਂ, ਸ਼ਬਦ ਸਮੱਸਿਆਵਾਂ ਹੁੰਦੀਆਂ, ਉਹਨੂੰ ਸਮਝਣ ਤੇ ਸਮਝਾਉਣ ਲਈ ਵੀ ਸਾਨੂੰ ਭਾਸ਼ਾ ਦੀ ਲੋੜ ਪੈਂਦੀ ਆ। ਅਗਰ ਇੱਕ ਬੱਚਾ ਵਰਡ ਪ੍ਰੋਬਲਮ ਦਿੱਤੀ ਹੋਈ ਹੈ ਮੈਥ ਦੀ ਕੋਈ, ਉਹਨੂੰ ਅੰਡਰਸਟੈਂਡ ਹੀ ਨਹੀਂ ਕਰੇਗਾ, ਉਹਦੇ ਟੈਂਸ ਨੂੰ ਅੰਡਰਸਟੈਂਡ ਨਹੀਂ ਕਰੇਗਾ ਤਾਂ ਉਹਦਾ ਹੱਲ ਵੀ ਸਹੀ ਨਹੀਂ ਕਰ ਪਾਏਗਾ। ਅੱਗੇ ਜੇ ਮੈਂ ਗੱਲ ਕਰਾਂ ਭਾਸ਼ਾ ਤੇ ਸਮਾਜਿਕ ਵਿਗਿਆਨ ਦੀ, ਸਮਾਜ ਵਿਗਿਆਨ ਦੇ ਵਿੱਚ ਸਾਰੇ ਆ ਜਾਂਦੇ ਆ ਤੁਹਾਡੇ ਇਤਿਹਾਸ, ਭੂਗੋਲ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਵਿਗਿਆਨ, ਮਨ ਵਿਗਿਆਨ। ਇਹ ਸਾਰੇ ਵਿਸ਼ੇ ਅਸੀਂ ਸਮਾਜਿਕ ਵਿਗਿਆਨਾਂ ਦੇ ਤਹਿਤ ਵਿਚਾਰਦੇ ਹਾਂ। ਤੇ ਇਹਨਾਂ ਦਾ ਵੀ ਸੇਮ ਉਹੀ ਕਿ ਜਦੋਂ ਇਹਨਾਂ ਦਾ ਸਰੂਪ ਨਿਰਧਾਰਿਤ ਕਰਨਾ, ਇੱਕ ਵਿਸ਼ੇ ਦੇ ਤੌਰ ਤੇ ਸਟੈਬਲਿਸ਼ ਹੋਏ ਨੇ, ਇਹਦੀਆਂ ਧਾਰਨਾਵਾਂ ਬਣੀਆਂ ਨੇ, ਸੰਕਲਪ ਬਣੇ ਨੇ, ਪਰਿਭਾਸ਼ਾਵਾਂ ਬਣੀਆਂ ਨੇ, ਤਾਂ ਉਹ ਹੋਂਦ ਉਹਨਾਂ ਨੇ ਕਿਵੇਂ ਗ੍ਰਹਿਣ ਕੀਤੀ? ਭਾਸ਼ਾ ਦੇ ਨਾਲ। ਦੈਨ ਉਸ ਤੋਂ ਬਾਅਦ ਜਿਹੜਾ ਸਾਡਾ ਮਨੁੱਖੀ ਇਤਿਹਾਸ ਆ ਉਹ ਹੋਂਦਸ਼ੀਲ ਕਿਵੇਂ ਹੋਇਆ? ਭਾਸ਼ਾ ਦੇ ਰਾਹੀਂ। ਸਾਡੇ ਸੱਭਿਆਚਾਰ ਦਾ ਸੰਚਾਰ ਸਾਡੇ ਤੱਕ ਕਿਵੇਂ ਹੋਇਆ? ਭਾਸ਼ਾ ਦੇ ਰਾਹੀਂ। ਇਹਨਾਂ ਵਿਸ਼ਿਆਂ ਦੀ ਜਿਹੜੀ ਵਿਸ਼ਾ ਸਮੱਗਰੀ ਆ ਉਹਨੂੰ ਭਾਸ਼ਾ ਰਾਹੀਂ ਹੀ ਪੇਸ਼ ਕੀਤਾ ਜਾ ਸਕਦਾ। ਉਸ ਤੋਂ ਬਾਅਦ ਨਾਟਕ, ਕਵਿਤਾ, ਕਹਾਣੀ, ਨਿਬੰਧ ਆਦਿ ਜਿਹੜੀਆਂ ਸਾਹਿਤਿਕ ਵਿਧਾਵਾਂ ਨੇ, ਉਹਨਾਂ ਦੀ ਮਦਦ ਦੇ ਨਾਲ ਜਿਹੜੇ ਔਖੇ ਵਿਸ਼ੇ ਨੇ ਜਾਂ ਕੋਈ ਔਖੇ ਸੰਕਲਪ ਨੇ ਜਾਂ ਔਖੀ ਵਿਸ਼ਾ ਸਮੱਗਰੀ ਆ ਉਹਨੂੰ ਅਸੀਂ ਸੌਖਾ ਕਰਕੇ ਵਿਦਿਆਰਥੀਆਂ ਤੱਕ ਪਹੁੰਚਾ ਸਕਦੇ ਹਾਂ। ਸੋ ਅੱਗੇ ਭਾਸ਼ਾ ਅਤੇ ਵਿਗਿਆਨ। ਹੁਣ ਭਾਸ਼ਾ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਇੱਕ ਵਿਗਿਆਨ ਆ। ਕਿਉਂਕਿ ਜਦੋਂ ਅਸੀਂ ਲਿੰਗੁਇਸਟਿਕ ਦਾ ਸਬਜੈਕਟ ਪੜ੍ਹਦੇ ਹਾਂ ਉੱਥੇ ਅਸੀਂ ਦੇਖਦੇ ਹਾਂ ਕਿ ਪੂਰੇ ਵਿਗਿਆਨਕ ਤਰੀਕੇ ਦੇ ਨਾਲ ਧੁਨੀਆਂ ਦਾ, ਆਵਾਜ਼ ਦਾ, ਭਾਸ਼ਾ ਦੇ ਸੁਭਾਅ ਦਾ, ਕਾਰਜਾਂ ਦਾ ਇਹ ਜਿਹੜਾ ਹੈਗਾ ਵਿਗਿਆਨਕ ਤੌਰ ਤੇ ਅਧਿਐਨ ਕੀਤਾ ਜਾਂਦਾ। ਤੇ ਦੂਸਰੇ ਪਾਸੇ ਜੇ ਮੈਂ ਦੇਖਾਂ ਕਿ ਵਿਗਿਆਨ ਦੇ ਜਿੰਨੇ ਵੀ ਤਜਰਬੇ ਹੋਏ ਨੇ ਜਾਂ ਫਿਰ ਕੋਈ ਸਾਇੰਟੀਫਿਕ ਥਾਟ ਆਉਂਦਾ, ਉਹਨੂੰ ਸੰਚਾਰਿਤ ਕਰਨ ਲਈ ਭਾਸ਼ਾ ਦੀ ਲੋੜ ਪੈਂਦੀ ਹੈ। ਸੋ ਅੱਗੇ ਫਿਰ ਕਿ ਕਿਸ ਤਰ੍ਹਾਂ ਜਿਹੜੀ ਪੰਜਾਬੀ ਭਾਸ਼ਾ ਜਾਂ ਕੋਈ ਵੀ ਭਾਸ਼ਾ ਜਿਹੜੀ ਪੜ੍ਹਾਉਂਦੇ ਵਕਤ ਅਸੀਂ ਦੂਸਰੇ ਵਿਸ਼ਿਆਂ ਦੇ ਨਾਲ ਕਿਵੇਂ ਇੰਟੀਗ੍ਰੇਟ ਕਰਦੇ ਹਾਂ। ਜਦੋਂ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਪੜ੍ਹਾਉਣੀਆਂ ਸੀ ਤਾਂ
ਸੋ ਜਿਸ ਤਰ੍ਹਾਂ ਆਪਣੀ ਗੱਲ ਇੱਥੇ ਰੁਕੀ ਸੀ ਕਿ ਜਦੋਂ ਅਸੀਂ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਬਾਰੇ, ਆਈ ਐਮ ਆਡੀਬਲ? ਹਾਂਜੀ ਇੰਦਰ ਸਰ, ਮੈਂ ਹੈਲੋ। ਯੈਸ ਮੈਮ। ਹਾਂਜੀ ਮੈਮ, ਹਾਂਜੀ। ਆਪਾਂ ਇੱਥੇ ਗੱਲ ਰੁਕੀ ਸੀ ਆਪਣੀ ਕਿ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਪੜ੍ਹਾਉਂਦੇ ਹੋਏ ਸਾਨੂੰ ਅਗੇਨ ਬੱਚੇ ਨੂੰ ਇਤਿਹਾਸ ਵੱਲ ਵੀ ਲੈ ਕੇ ਜਾਣਾ ਪੈਂਦਾ ਕਿ ਕਿਸ ਤਰ੍ਹਾਂ ਜਦੋਂ ਪੁਰਾਣਾ ਪੰਜਾਬ ਸੀ 1947 ਤੋਂ ਪਹਿਲਾਂ ਤਾਂ ਉੱਥੇ 5 ਦਰਿਆ ਸੀ, ਕਿਸ ਤਰ੍ਹਾਂ ਪੰਜਾਬ ਦਾ ਨਾਮ ਪਿਆ, ਕਿਵੇਂ ਜਿਹੜਾ ਇੱਕ ਦਰਿਆ ਤੋਂ ਦੂਜੇ ਦਰਿਆ ਦੇ ਵਿੱਚ ਵਾਲਾ ਇਲਾਕਾ ਸੰਚਾਰ ਦੇ ਸਾਧਨ ਜਾਂ ਟਰਾਂਸਪੋਰਟ ਦੇ ਸਾਧਨ ਇੰਨੇ ਨਾ ਹੋਣ ਕਰਕੇ ਟੁੱਟਿਆ ਹੁੰਦਾ ਸੀ। ਓਵਰਆਲ ਸਾਰੀ ਕਿਤੇ ਪੰਜਾਬੀ ਬੋਲੀ ਜਾਂਦੀ ਸੀ, ਲੇਕਿਨ ਇੱਕ ਦਰਿਆ ਤੋਂ ਦੂਜੇ ਦਰਿਆ ਦੇ ਜਿਹੜਾ ਵਿੱਚ ਵਾਲਾ ਇਲਾਕਾ ਉਹਨੂੰ ਅਸੀਂ ਦੁਆਬ ਬੋਲਦੇ ਹਾਂ। ਦੁਆਬ, ਆਬ ਮੀਨਸ ਪਾਣੀ, ਦੋ ਮੀਨਸ ਟੂ, ਦੋ ਦਰਿਆਵਾਂ ਦੇ ਵਿੱਚ ਵਾਲਾ ਹਿੱਸਾ। ਸੋ ਉਹ ਇੱਕ ਹਿੱਸਾ ਦੂਜੇ ਨਾਲੋਂ ਟੁੱਟਿਆ ਹੁੰਦਾ ਸੀ, ਜਿਹਦੇ ਕਰਕੇ ਉੱਥੋਂ ਦੀ ਜਿਹੜੀ ਸਥਾਨਕ ਬੋਲੀ ਹੁੰਦੀ ਸੀ, ਹੁੰਦੀ ਪੰਜਾਬੀ ਹੀ ਸੀ, ਬਟ ਉਹ ਦੂਸਰੇ ਦੁਆਬੇ ਨਾਲੋਂ ਫਰਕ ਹੁੰਦਾ ਸੀ। ਇਹ ਚੀਜ਼ ਦੱਸਦਿਆਂ ਸਾਨੂੰ ਅਸੀਂ ਬੱਚੇ ਨੂੰ ਭੂਗੋਲ ਵੱਲ ਵੀ ਲੈ ਕੇ ਜਾਂਦੇ ਹਾਂ, ਇਤਿਹਾਸ ਵੀ ਦੱਸਦੇ ਹਾਂ ਤੇ ਸੱਭਿਆਚਾਰ ਵੀ ਦੱਸਦੇ ਹਾਂ। ਇਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਉਪ ਬੋਲੀਆਂ ਨੇ ਪੰਜਾਬੀ ਦੀਆਂ, ਮਾਝੀ, ਮਲਵਈ, ਪੁਆਧੀ, ਦੁਆਬੀ, ਪੋਠੋਹਾਰੀ, ਡੋਗਰੀ, ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਇਸ ਟਾਈਮ ਜਿਹੜਾ ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ ਚਲਿਆ ਗਿਆ ਉੱਥੇ ਬੋਲੀਆਂ ਜਾਂਦੀਆਂ ਨੇ, ਤੇ ਕੁਝ ਹਿੱਸਾ ਜਿਹੜਾ ਹਿਮਾਚਲ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਉੱਥੇ ਚਲਿਆ ਗਿਆ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਜਦੋਂ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਬਾਰੇ ਵਿਦਿਆਰਥੀ ਨੂੰ ਪੜ੍ਹਾਉਂਦੇ ਹਾਂ ਤਾਂ ਭੂਗੋਲ, ਇਤਿਹਾਸ ਤੇ ਸੱਭਿਆਚਾਰ ਦੇ ਨਾਲ ਵੀ ਉਹਨੂੰ ਇੰਟੀਗ੍ਰੇਟ ਕਰਦੇ ਹਾਂ। ਸੋ ਨੈਕਸਟ ਹੈ ਜਦੋਂ ਅਸੀਂ ਚਿੱਤਰ ਵਰਣਨ ਦਾ ਜਿਹੜਾ ਕੰਸੈਪਟ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਉਦੋਂ ਵੀ ਕਿਵੇਂ ਏਕੀਕ੍ਰਿਤ ਕਰਦੇ ਹਾਂ ਬਾਕੀ ਦੇ ਜਿਹੜੇ ਸਬਜੈਕਟਸ ਦੇ ਨਾਲ, ਤੇ ਉਹਨਾਂ ਦੀਆਂ ਜਿਹੜੀਆਂ ਸਕਿੱਲਸ ਨੇ ਉਹ ਕਿਵੇਂ ਡਿਵੈਲਪ ਕਰਦੇ ਹਾਂ। ਸੋ ਜਦੋਂ ਅਸੀਂ ਕਿਸੇ ਬੱਚੇ ਨੂੰ ਕੋਈ ਚਿੱਤਰ ਦਿਖਾਉਂਦੇ ਹਾਂ ਤਾਂ ਆਮ ਤੌਰ ਤੇ ਅਸੀਂ ਉਹਨੂੰ ਇੱਦਾਂ ਦੇ ਸਵਾਲ ਪੁੱਛਦੇ ਹਾਂ ਜਿਹੜੇ ਕਿ ਗੱਲ ਅਸੀਂ ਭਾਸ਼ਾ ਵਿੱਚ ਕਰ ਰਹੇ ਹੁੰਦੇ ਹਾਂ, ਭਾਸ਼ਾ ਦਾ ਇੱਕ ਸਬ ਟੌਪਿਕ ਵਜੋਂ ਕਰ ਰਹੇ ਹੁੰਦੇ ਹਾਂ, ਬਟ ਅਸੀਂ ਉਹਨੂੰ ਕਿਹੜੀਆਂ ਸਕਿੱਲਸ ਸਿਖਾਉਣੇ ਆ ਜਾਂ ਕਿਹੜੇ ਵਿਸ਼ਿਆਂ ਦੇ ਨਾਲ ਉਹਦੀ ਜਾਣ ਪਹਿਚਾਣ ਕਰਾਉਣੇ ਆ, ਜਾਂ ਆਲਰੇਡੀ ਜੋ ਹੋਰ ਵਿਸ਼ਿਆਂ ਬਾਰੇ ਉਹ ਜਾਣਦਾ ਉਹਦਾ ਗਿਆਨ ਉਹ ਉੱਥੇ ਯੂਜ਼ ਕਰਦਾ। ਜਿਵੇਂ ਅਸੀਂ ਪਹਿਲਾਂ ਕਹਿੰਦੇ ਇਸ ਚਿੱਤਰ ਵਿੱਚ ਤੁਸੀਂ ਕੀ ਵੇਖਦੇ ਹੋ, ਬੱਚਾ ਦੇਖਣ ਪਰਖਣ ਦੀ ਜਿਹੜੀ ਉਹਦਾ ਹੁਨਰ ਆ ਉਹ ਵਿਕਸਿਤ ਹੁੰਦਾ। ਫਿਰ ਅਸੀਂ ਅਗਰ ਉਸਨੂੰ ਇਹ ਕਹਿੰਦੇ ਆ ਕਿ 2 ਕਾਲਮ ਬਣਾ ਕੇ ਫਲਾਂ ਤੇ ਸਬਜ਼ੀਆਂ ਨੂੰ ਅਲੱਗ-ਅਲੱਗ ਕਰਕੇ ਲਿਖੋ ਇਸ ਚਿੱਤਰ ਦੇ ਅਕੋਰਡਿੰਗ, ਚਿੱਤਰ ਕੋਈ ਵੀ ਹੋ ਸਕਦਾ, ਅਕੋਰਡਿੰਗਲੀ ਸਾਡੇ ਜਿਹੜੇ ਉਹ ਪ੍ਰਸ਼ਨ ਸਵਾਲ ਬਦਲ ਸਕਦੇ ਆ। ਸੋ ਇਸ ਤਰ੍ਹਾਂ ਬੱਚਾ ਕਲਾਸੀਫਿਕੇਸ਼ਨ ਕਰਨੀ ਸਿੱਖਦਾ। ਸਾਨੂੰ ਫਲਾਂ ਤੇ ਸਬਜ਼ੀਆਂ ਕਿਉਂ ਖਾਣੇ ਚਾਹੀਦੇ ਆ, ਉਹਦੀ ਥਿੰਕਿੰਗ ਪਾਰ, ਉਹਦਾ ਸੋਚ ਵਿਚਾਰ ਦਾ ਜਿਹੜਾ ਹੁਨਰ ਹੈ ਇੱਥੇ ਡਿਵੈਲਪ ਹੁੰਦਾ। ਉਹ ਸੋਚੇਗਾ ਜਿੰਨਾ ਉਹਨੇ ਹੋਰ ਵਿਸ਼ਿਆਂ ਦੇ ਵਿੱਚ ਇਸ ਗੱਲ ਬਾਰੇ ਪੜ੍ਹਿਆ ਹੋਏਗਾ, ਸਾਇੰਸ ਵਿੱਚ, ਹੈਲਥ ਸਾਇੰਸ ਵਿੱਚ ਤਾਂ ਜਾਂ ਫਿਜ਼ੀਕਲ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਉਹ ਇੱਥੇ ਯੂਜ਼ ਕਰੇਗਾ। ਫਿਰ ਇਹਨਾਂ ਵਿੱਚ ਪਾਏ ਜਾਣ ਵਾਲੇ ਭੋਜਨ ਤੱਤ ਕਿਹੜੇ ਹਨ, ਅਗੇਨ ਉਹ ਬਾਕੀ ਵਿਸ਼ਿਆਂ ਦੇ ਨਾਲ ਕੋਰਿਲੇਟ ਕਰਦਾ ਹੋਇਆ ਇਹਨਾਂ ਚੀਜ਼ਾਂ ਦੇ ਜਵਾਬ ਲੱਭੇਗਾ। ਖੱਟੇ ਫਲਾਂ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲਦਾ ਹੈ, ਇੱਥੇ ਫਿਰ ਗੱਲ ਅਸੀਂ ਸਾਇੰਸ ਦੀ ਕਰ ਰਹੇ ਹੋਵਾਂਗੇ। ਸੋ ਤਸਵੀਰ ਵਿਚਲੇ ਫਲ ਤੇ ਸਬਜ਼ੀਆਂ ਦੀ ਕੋਈ ਰੈਸਪੀ ਦੱਸੋ। ਇਸ ਤਰ੍ਹਾਂ ਦੇ ਸਵਾਲ ਕਰਕੇ ਅਸੀਂ ਬੱਚੇ ਦੀ ਜਿਹੜੀ ਕ੍ਰੀਏਟੀਵਿਟੀ ਆ ਉਹਨੂੰ ਵੀ ਮਤਲਬ ਉਹਦਾ ਵੀ ਵਿਕਾਸ ਕਰ ਰਹੇ ਹੁੰਦੇ ਆ। ਜਾਂ ਅਸੀਂ ਇੱਦਾਂ ਦਾ ਸਵਾਲ ਪੁੱਛ ਸਕਦੇ ਹਾਂ ਕਿ ਇਹਨਾਂ ਵਿੱਚੋਂ ਕਿਸ ਫਲ ਸਬਜ਼ੀ ਦੀ ਪੈਦਾਵਾਰ ਲਈ ਰੇਤਲੀ ਮਿੱਟੀ ਜ਼ਿਆਦਾ ਢੁਕਵੀਂ ਹੈ। ਉਦੋਂ ਅਸੀਂ ਭੂਗੋਲ ਦੇ ਵਿਸ਼ੇ ਨਾਲ ਵੀ ਇਹਨੂੰ ਕੋਰਿਲੇਟ ਕਰ ਰਹੇ ਹਾਂ। ਜਦੋਂ ਅਸੀਂ ਅਲੱਗ-ਅਲੱਗ ਮਿੱਟੀਆਂ ਦੀ ਗੱਲ ਬੱਚੇ ਨੇ ਭੂਗੋਲ ਵਿੱਚ ਸਿੱਖੀ ਹੁੰਦੀ ਆ, ਉਹ ਇੱਥੇ ਉਹਨੂੰ ਕੰਮ ਆਉਂਦੀ ਆ। ਸੋ ਇਹ ਸਾਰੀ ਜਿਹੜੀ ਅੱਜ ਗੱਲਬਾਤ ਮੈਂ ਕੀਤੀ ਹੈ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਭਾਸ਼ਾ ਜਿਹੜੀ ਬਾਕੀ ਵਿਸ਼ਿਆਂ ਦੇ ਨਾਲ ਕੋਰਿਲੇਟ ਕਰ ਸਕਦੇ ਹਾਂ, ਇੰਟੀਗ੍ਰੇਟ ਕਰ ਸਕਦੇ ਹਾਂ, ਤੇ ਸਾਨੂੰ ਉਹਦੇ ਕੀ ਲਾਹੇਵੰਦ ਨਤੀਜੇ ਨਿਕਲਣਗੇ। ਇੰਨੀ ਗੱਲ ਕਰਕੇ ਮੈਂ ਉਹਦੇ ਲਾਹੇਵੰਦ ਨਤੀਜਿਆਂ ਦੀ ਗੱਲ ਕਰਕੇ ਜਿਹੜਾ ਹੈ ਇਸ ਗੱਲ ਨੂੰ ਸਮੇਟਾਂਗੀ। ਉਹ ਕੀ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਦੋਂ ਅਸੀਂ ਕਿਸੇ ਵੀ ਵਿਸ਼ੇ ਨੂੰ, ਜਿਹੜਾ ਸਿਧਾਂਤਕ ਵਿਸ਼ਾ ਹੁੰਦਾ, ਥਿਓਰੈਟੀਕਲ ਵਿਸ਼ਾ ਹੁੰਦਾ, ਉਹਨੂੰ ਭਾਸ਼ਾ ਦੇ ਨਾਲ ਏਕੀਕ੍ਰਿਤ ਕਰਕੇ ਸਮਝਾਉਣ ਦਾ ਯਤਨ ਕਰਦੇ ਹਾਂ ਤਾਂ ਉਹ ਜਿਹੜਾ ਆਸਾਨੀ ਨਾਲ ਸਮਝ ਆ ਜਾਂਦਾ। ਉਸ ਤੋਂ ਬਾਅਦ ਭਾਸ਼ਾ ਦੇ ਨਾਲ ਏਕੀਕ੍ਰਿਤ ਕਰਦੇ ਹੋਏ ਕੀ ਕਰਦੇ ਹਾਂ ਅਸੀਂ ਕਿ ਭਾਸ਼ਾ ਦੇ ਜਿੰਨੇ ਵੀ ਟੂਲਸ ਨੇ, ਚਾਹੇ ਉਹ ਨਾਟਕੀ ਸੰਵਾਦ ਆ, ਚਾਹੇ ਵਿਚਾਰ ਵਟਾਂਦਰਾ, ਤਾਂ ਉਸ ਵਿਧੀ ਦੇ ਨਾਲ ਜਿਹੜਾ ਬੱਚਾ ਹੈਗਾ ਉਹ ਆਪਣੇ ਵਿਚਾਰ ਰੱਖਣ ਦੇ ਯੋਗ ਬਣ ਜਾਂਦਾ। ਕਵਿਤਾ, ਕਹਾਣੀ ਆਦਿ ਜਿਹੜੇ ਸਾਹਿਤਿਕ ਵਿਧਾਵਾਂ ਨੇ ਉਹਨਾਂ ਦੇ ਜ਼ਰੀਏ ਕੀ ਹੁੰਦਾ ਕਿ ਵਿਦਿਆਰਥੀ ਇਕੱਲਾ ਸਾਹਿਤ ਹੀ ਨਹੀਂ ਪੜ੍ਹ ਰਿਹਾ ਹੁੰਦਾ, ਇਕੱਲੀ ਭਾਸ਼ਾ ਹੀ ਨਹੀਂ ਪੜ੍ਹ ਰਿਹਾ ਹੁੰਦਾ, ਉਹ ਇਹਨਾਂ ਵਿਧਾਵਾਂ ਦੇ ਜ਼ਰੀਏ ਸਮਾਜਿਕ, ਰਾਜਨੈਤਿਕ ਤੇ ਵਾਤਾਵਰਣ ਦੇ ਜਿਹੜੇ ਸਰੋਕਾਰ ਨੇ ਉਹਨਾਂ ਪ੍ਰਤੀ ਵਿਦਿਆਰਥੀ ਦੇ ਮਨ ਵਿੱਚ ਸੰਵੇਦਨਸ਼ੀਲਤਾ ਜਿਹੜੀ ਉਹ ਪੈਦਾ ਹੁੰਦੀ ਆ। ਇਸੇ ਤਰ੍ਹਾਂ ਜਿਹੜਾ ਲੇਖਣ ਦਾ ਹੁਨਰ ਉਹ ਭਾਸ਼ਾ ਤੋਂ ਸਿੱਖਦਾ, ਉਹ ਉਹਨੂੰ ਵਿਚਾਰ ਪ੍ਰਗਟ ਕਰਨ ਦੇ ਵਿੱਚ ਸਹਾਇਤਾ ਦਿੰਦਾ। ਸੋ ਇੰਨੀ ਗੱਲ ਦੇ ਨਾਲ ਮੈਂ ਆਪਣਾ ਜਿਹੜਾ ਇੱਥੇ ਅੱਜ ਦੀ ਗੱਲ ਸਮਾਪਤ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਾਇਦ ਮੈਂ ਜ਼ਿਆਦਾ ਹੀ ਤੁਹਾਡਾ ਜਿਹੜਾ ਸ਼ਾਮ ਦਾ ਸਮਾਂ ਤੇ ਉਹ ਲੈ ਲਿਆ, ਸੋ ਮੈਨੂੰ ਸਹਿਣ ਕਰਨ ਦੇ ਲਈ ਧੰਨਵਾਦ ਫਿਰ ਤੋਂ।
Thank you much. Thank you so much. थैंक यू मैम, थैंक यू। Thank you, ma'am. Thank you. Thank you so much. नमस्कार।